ਸਤਿ ਸ਼੍ਰੀ ਅਕਾਲ ਦੋਸਤੋ। ਚੈਨਲ ਕਲਮਾਂ ਦੇ ਦੇਸੋ ਦੀ ਜਾਨਿਬ ਤੋਂ ਕਿਤਾਬ ਦਸਤਾਵੇਜ਼ ਦਾ ਅਗਲਾ ਭਾਗ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ। ਜੀਤੀ, ਇਸ ਵਾਰ ਤੈਨੂੰ ਜ਼ਿਆਦਾ ਹੀ ਉਦਾਸ ਖੱਤ ਲਿਖੇ ਗਏ ਹਨ। ਫੋਨ ਵੱਲ ਨਜ਼ਰ ਜਾਂਦੀ ਹੈ ਤਾਂ ਇੱਕਦਮ ਤੈਨੂੰ ਫੋਨ ਕਰਨ 'ਤੇ ਜੀ ਕਰਦਾ ਹੈ। ਇਹ ਸਭ ਦੀਵਾਨਗੀ ਹੈ। ਇਸ ਦੀਵਾਨਗੀ ਨੂੰ ਚੀਰ ਕੇ ਮੈਨੂੰ ਬਾਹਰ ਨਿਕਲਣਾ ਚਾਹੀਦਾ ਹੈ। ਹੁਣੇ ਲੋਕ ਨਾਚ ਵੇਖ ਕੇ ਆਈਆਂ, ਬਹੁਤ ਚੰਗੇ ਸਨ, ਪਰ ਤੂੰ ਯਾਦ ਆਉਂਦਾ ਰਿਹਾ। ਕੰਦਲਾ ਵੀ। ਇਕੱਲਤਾ ਦੇ ਅਥਾਹ ਪਾਣੀਆਂ ਵਿੱਚ ਤੇਰਾ ਖਿਆਲ ਇੱਕ ਲਾਈਟ ਹਾਊਸ ਵਾਂਗ ਆ ਰਿਹਾ ਹੈ। ਲਾਈਟ ਹਾਊਸ ਵਾਂਗ ਵੀ ਤੇ ਲਾਈਫ ਬੋਟ ਵਾਂਗ ਵੀ। ਇਸ ਵੇਲੇ ਤੂੰ, ਸਮੁੰਦਰ ਤੇ ਹੈਨਰੀ ਮਿਲਰ ਮੇਰੇ ਕੋਲ ਹਨ। ਹੈਨਰੀ ਮਿਲਰ ਇੰਜ ਪੜ੍ਹ ਰਹੀ ਹਾਂ ਜਿਵੇਂ ਉਹਦੇ ਉੱਤੇ PhD ਕਰ ਰਹੀ ਹੋਵਾਂ। ਅੱਜ ਬਹੁਤ ਬਾਰਿਸ਼ ਹੈ। ਸਮੁੰਦਰ ਤੇ ਅਸਮਾਨ ਇੱਕ ਹੋ ਗਿਆ ਜਾਪਦਾ ਹੈ। ਆਪਣੇ ਉੱਤੇ ਤੇਰੀ ਪਕੜ ਬਾਰੇ ਜੋ ਕੁਝ ਹੈ ਉਹ ਨਾਰਮਲ ਨਹੀਂ। ਪਰ ਨਾਰਮੈਲਿਟੀ ਕੀ ਹੈ? ਹੈਨਰੀ ਮਿਲਰ ਦੇ ਲਫ਼ਜ਼ਾਂ ਵਿੱਚ, ਨਾਰਮੈਲਿਟੀ ਇਜ਼ ਦ ਪੈਰਾਡਾਈਜ਼ ਆਫ escapologists, for it is a fixation concept, pure and simple. It is better if we can to stand alone and feel quite normal about our abnormality, doing nothing whatever about it, except what needs to be done in order to be oneself. ਇਸ ਐਬਨੋਰਮੈਲਿਟੀ ਬਾਰੇ ਕੁਝ ਨਹੀਂ ਕਰ ਸਕਦੀ। ਇਹ ਮੇਰੀ ਹੋਂਦ ਦਾ ਹਿੱਸਾ ਹੈ। ਇਹ ਮੈਂ ਹਾਂ। ਇੱਥੇ ਕਿਸੇ ਲੇਖਕ ਨਾਲ ਮੁਲਾਕਾਤ ਨਹੀਂ ਹੋ ਰਹੀ। ਕਿਸੇ ਨੂੰ ਅੰਗਰੇਜ਼ੀ ਨਹੀਂ ਆਉਂਦੀ। ਇਸ ਵਾਰ ਜਾਪਦਾ ਏ ਸਿਰਫ ਤੈਨੂੰ ਖਤ ਲਿਖਣ ਲਈ ਇੱਥੇ ਆਈ ਹਾਂ। ਤੇਰੇ ਨਾਲ ਗੱਲਾਂ ਕਰਨ ਨੂੰ ਜੀ ਕਰ ਰਿਹਾ ਏ। ਹਰ ਇੱਕ ਨਾਲ ਗੱਲ ਕੀਤਿਆਂ ਗੱਲ ਮੁੱਕ ਜਾਂਦੀ ਹੈ। ਸਿਰਫ ਤੇਰੇ ਨਾਲ ਗੱਲ ਅੱਗੇ ਤੁਰਦੀ ਹੈ, ਇੱਕ ਸਾਹ ਵਿੱਚੋਂ ਨਿਕਲਦੇ ਦੂਸਰੇ ਸਾਹ ਵਾਂਗ। ਮਾਜਾ। ਜੀਤੀ, ਹਕੀਕਤਾਂ ਦੀ ਹੱਦਬੰਦੀ ਤੋਂ ਘਬਰਾ ਕੇ ਲੱਭੀ ਹੋਈ ਇੱਕ ਚੀਜ਼ ਹੁੰਦੀ ਹੈ ਫੈਂਟਸੀ। ਪਰ ਸੋਚਦੀ ਹਾਂ ਜੋ ਠਹਿਰ ਠਰਮੇ ਨਾਲ ਕੁਝ ਲੱਭਿਆ ਹੁੰਦਾ ਹੈ ਉਹ ਇਸ ਤੋਂ ਵੀ ਅੱਗੇ ਹੁੰਦਾ ਹੈ। ਇਸ ਲਈ ਤੇਰਾ ਜ਼ਿਕਰ ਉਸ ਤੋਂ ਅੱਗੇ ਹੈ, ਬਿਯੋਂਡ ਫੈਂਟਸੀ। ਹੈਨਰੀ ਮਿਲਰ ਦੇ ਲਫ਼ਜ਼ਾਂ ਵਿੱਚ, ਸਾਰੇ ਆਰਟ ਇੱਕ ਦਿਨ ਖਤਮ ਹੋ ਜਾਣਗੇ ਪਰ ਆਰਟਿਸਟ ਜ਼ਰੂਰ ਰਹਿਣਗੇ। ਤੇ ਜ਼ਿੰਦਗੀ ਇੱਕ ਆਰਟ ਨਹੀਂ ਹੋਵੇਗੀ, ਆਰਟ ਹੋਵੇਗੀ। ਜੇ ਇਹ ਮੰਨ ਲਿਆ ਜਾਵੇ ਕਿ ਹੈਨਰੀ ਮਿਲਰ ਦਾ ਇੱਕ ਚਿਤਵਿਆ ਵੇਲਾ 1000 ਸਾਲ ਨੂੰ ਆ ਜਾਏਗਾ, ਤਾਂ ਇਹ ਆਖਾਂਗੀ ਕਿ ਵਕਤ ਤੋਂ 1000 ਸਾਲ ਪਹਿਲੇ ਪੈਦਾ ਹੋ ਜਾਣਾ ਤੇਰਾ ਕਸੂਰ ਹੈ। ਇਹ ਹਰ ਉਸ ਦਾ ਕਸੂਰ ਹੈ ਜੋ ਸਿਰ ਤੋਂ ਪੈਰਾਂ ਤੱਕ ਜਿਉਂਦਾ ਹੈ। ਇਸ ਦੁਨੀਆ ਵਿੱਚ ਅਜੇ ਲੋਕ ਇਸ ਤਰ੍ਹਾਂ ਨਹੀਂ ਹੁੰਦੇ। ਹਰ ਕਿਸੇ ਦਾ ਅੱਧਾ ਕੁਝ ਜਨਮ ਲੈਂਦਾ ਹੈ, ਅੱਧਾ ਮਾਂ ਦੀ ਕੁੱਖ ਵਿੱਚ ਹੀ ਮਰ ਜਾਂਦਾ ਹੈ। ਹਰ ਮਨੁੱਖ ਅਜੇ ਆਪਣਾ ਬਹੁਤ ਸਾਰਾ ਹਿੱਸਾ ਕੁੱਖ ਦੀ ਕਬਰ ਵਿੱਚ ਦਫਨਾ ਕੇ ਜਨਮ ਲੈਂਦਾ ਹੈ, ਤੇ ਉਹਦੇ ਲਈ ਕਿਸੇ ਸਾਬਤ ਮਨੁੱਖ ਨੂੰ ਵੇਖਣ ਨਾਲੋਂ ਵੱਧ ਹੋਰ ਕੋਈ ਦੁਖਦਾਈ ਗੱਲ ਨਹੀਂ ਹੁੰਦੀ। ਸੋ ਇਸ ਦੁਨੀਆ ਦੀ ਤੇਰੇ ਨਾਲ ਅਣਗਹਿਲੀ ਸੁਭਾਵਕ ਹੈ। ਜਾਂ ਇੰਝ ਆਖਾਂ ਕਿ ਹਰ ਵਰਤਮਾਨ ਦੀਆਂ ਜੜ੍ਹਾਂ ਸਿਰਫ ਬੀਤੇ ਵਿੱਚ ਹੁੰਦੀਆਂ ਹਨ। ਪਰ ਤੇਰੇ ਵਰਗੇ ਉਸ ਕਿਸੇ ਦਾ ਕੀ ਹੋਵੇ ਜਿਹਦੇ ਵਰਤਮਾਨ ਦੀਆਂ ਜੜ੍ਹਾਂ ਸਿਰਫ ਭਵਿੱਖ ਵਿੱਚ ਹਨ। ਜੇ 1000 ਸਾਲ ਨੂੰ ਛਪਣ ਵਾਲੀ ਕਿਸੇ ਅਖਬਾਰ ਦੀ ਕਾਪੀ ਮੈਂ ਅੱਜ ਬਾਜ਼ਾਰ ਵਿੱਚ ਖਰੀਦ ਸਕਾਂ ਤਾਂ ਮੇਰਾ ਯਕੀਨ ਹੈ ਕਿ ਮੈਂ ਉਹਦੇ ਵਿੱਚ ਤੇਰੇ ਕਮਰੇ ਵਿੱਚ ਬੰਦ ਪਈਆਂ ਤੇਰੀਆਂ ਹੁਨਰ ਕਿਰਤਾਂ ਦਾ ਵੇਰਵਾ ਪੜ੍ਹ ਸਕਦੀ ਹਾਂ। ਪਰਫੈਕਸ਼ਨ ਵਰਗਾ ਲਫ਼ਜ਼ ਮੈਂ ਤੇਰੇ ਨਾਲ ਨਹੀਂ ਜੋੜਾਂਗੀ। ਇਹ ਠੰਡੀ ਤੇ ਠੋਸ ਜਿਹੀ ਚੀਜ਼ ਦਾ ਅਹਿਸਾਸ ਦਿੰਦਾ ਹੈ, ਤੇ ਇਹ ਅਹਿਸਾਸ ਕਿ ਇਹਦੇ ਵਿੱਚ ਨਾ ਕੁਝ ਘਟਾਇਆ ਜਾ ਸਕਦਾ ਹੈ ਨਾ ਵਧਾਇਆ ਜਾ ਸਕਦਾ ਹੈ। ਪਰ ਤੂੰ ਇੱਕ ਵਿਕਾਸ ਹੈ ਜਿਹਦੇ ਨਾਲੋਂ ਨਿੱਤ ਕੁਝ ਝੜਦਾ ਹੈ।
ਤੇ ਜਿਹਦੇ ਉੱਤੇ ਨਿੱਤ ਕੁਝ ਉੱਗਦਾ ਹੈ। ਪਰਫੈਕਸ਼ਨ ਲਫ਼ਜ਼ ਇੱਕ ਗਿਰਜੇ ਦੀ ਕੰਧ ਉੱਤੇ ਲੱਗੀ ਹੋਈ ਈਸਾ ਦੀ ਤਸਵੀਰ ਵਾਂਗ ਹੈ, ਜਿਹਦੇ ਅੱਗੇ ਖਲੋ ਕੇ ਗੱਲ ਖਲੋ ਜਾਂਦੀ ਹੈ, ਪਰ ਤੇਰੇ ਨਾਲ ਗੱਲ ਕੀਤਿਆਂ ਗੱਲ ਤੁਰਦੀ ਹੈ ਇੱਕ ਸੁਖੈਨਤਾ ਨਾਲ, ਜਿਵੇਂ ਇੱਕ ਸਾਹ ਵਿੱਚੋਂ ਦੂਜਾ ਸਾਹ ਨਿਕਲਦਾ ਹੈ। ਤੂੰ ਜਿਉਂਦੀਆਂ ਹੱਡੀਆਂ ਦਾ ਈਸਾ। ਇੱਕ ਬੇਗਾਨੇ ਮੁਲਕ ਵਿੱਚੋਂ ਤੈਨੂੰ ਖੱਤ ਲਿਖਦਿਆਂ ਯਾਦ ਆਇਆ ਹੈ ਕਿ ਅੱਜ 15 ਅਗਸਤ ਹੈ, ਸਾਡੇ ਮੁਲਕ ਦੀ ਸੁਤੰਤਰਤਾ ਦਾ ਦਿਨ। ਜੇ ਕੋਈ ਇਨਸਾਨ ਕਿਸੇ ਦਿਨ ਦਾ ਚਿੰਨ੍ਹ ਬਣ ਸਕਦਾ ਹੋਵੇ ਤਾਂ ਆਖਣਾ ਚਾਹਾਂਗੀ ਕਿ ਤੂੰ ਮੇਰਾ 15 ਅਗਸਤ ਹੈ, ਮੇਰੀ ਹੋਂਦ ਦੀ ਤੇ ਤੇਰੇ ਮਨ ਦੀ ਅਵਸਥਾ ਦੀ ਸੁਤੰਤਰਤਾ ਦਾ ਦਿਨ। ਅੰਮ੍ਰਿਤਾ। ਸੁਣਨ ਲਈ ਧੰਨਵਾਦ। ਅਗਲੇ ਖੱਤ ਲੈ ਕੇ ਜਲਦ ਹੀ ਤੁਹਾਡੇ ਰੂਬਰੂ ਹੋਵਾਂਗੇ।